ਇਹ ਸੈਨੇਟ ਦੀ ਚੋਣਾਂ ਨਾ ਹੋਣ ਕਰਕੇ ਕੀ ਨੁਕਸਾਨ ਹੋ ਸਕਦਾ ਹੈ? ਤਾਂ ਇਹਨਾਂ ਦਾ ਇੱਕ ਭਾਜਪਾ ਦਾ ਮੰਤਰੀ ਸ਼ਰੇਆਮ ਪਿਛਲੇ ਸਮੇਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੈਨੇਟ ਦੇ ਵਿੱਚ, ਕਹਿੰਦਾ ਵੀ ਜੇ 370 ਖਤਮ ਕਰ ਸਕਦੇ ਹਾਂ ਤਾਂ ਅਸੀਂ ਸੈਨੇਟ ਵੀ ਚੱਕ ਸਕਦੇ ਹਾਂ। ਕਿ ਪੰਜਾਬ ਨੂੰ ਕਿੱਦਾਂ ਖਤਮ ਕਰਨਾ ਹੈ, ਕਿਉਂਕਿ ਯੂਨੀਵਰਸਿਟੀ ਚਲੇਗੀ ਤਾਂ ਪੰਜਾਬ ਦੇ ਹੱਥੋਂ ਚੰਡੀਗੜ੍ਹ ਵੀ ਚਲਾ ਜਾਊਗਾ, ਕਿਉਂਕਿ ਯੂਨੀਵਰਸਿਟੀ ਦੇ ਜੇ ਸਿੱਧਾ ਕੇਂਦਰ ਸਰਕਾਰ ਉਸ ਤੋਂ ਬਾਅਦ ਕਿਸੇ ਨੂੰ ਵੀ ਚੰਡੀਗੜ੍ਹ ਸੌਂਪ ਸਕਦੀ ਹੈ, ਚਾਹੇ ਹਿਮਾਚਲ ਨੂੰ ਸੌਂਪ ਦੇਵੇ ਚਾਹੇ ਹਰਿਆਣਾ ਨੂੰ, ਲੱਗਦਾ ਨਹੀਂ ਕਿ ਪੰਜਾਬ ਨੂੰ ਜਾਏਗਾ। ਤੇ ਮੁੱਖ ਇਹੀ ਹੈ ਵੀ ਯੂਨੀਵਰਸਿਟੀ ਕੇਂਦਰ ਨੇ ਆਪਦੇ ਹੱਥ 'ਚ ਲੈਣੀ ਹੈ, ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਕੇ ਕਿਸੇ ਵੀ ਤਰ੍ਹਾਂ, ਤਾਂ ਕਿ ਸੰਘ ਦੇ ਬੰਦੇ ਅੱਜ ਇੱਥੇ ਬੈਠਣ, ਤਾਂ ਕਿ ਖਾਕੀ ਨਿੱਕਰਾਂ ਵਾਲਾ ਟੋਲਾ ਇੱਥੇ ਸ਼ਾਮਲ ਹੋਵੇ, ਤਾਂ ਕਿ ਉਹ BHU ਦੇ ਵਿੱਚ ਜਿਵੇਂ ਸ਼ਰੇਆਮ ਉਹ ਕਰਦੇ ਨੇ ਆਪਦੀਆਂ ਸ਼ਾਖਾਵਾਂ ਲਾਉਂਦੇ ਨੇ, ਉਵੇਂ ਇੱਥੇ ਵੀ ਉਹੀ ਗੁੰਡਾਗਰਦੀ ਉਹੀ ਭਗਵਾਂ ਰੰਗ ਇਹਨੂੰ ਦੇਣ ਦੀਆਂ ਕੋਸ਼ਿਸ਼ਾਂ। ਲੱਗਦਾ RSS ਦੀ ਇੱਥੇ ਬ੍ਰਾਂਚ ਖੋਲ ਜੇਗੀ ਯੂਨੀਵਰਸਿਟੀ ਕੇਂਦਰ ਸਰਕਾਰ ਅੰਦਰ ਜਾਂਦੀ। ਉਦੋਂ ਇਹੀ ਸਟੂਡੈਂਟ ਸੈਂਟਰ ਤੇ ਲਾਇਆ ਸੀ ਤੇ ਉਹ ਮਾਂ ਬੋਲੀਆਂ ਦਾ ਮੇਲਾ ਕਦੇ ਨਹੀਂ ਦੁਬਾਰਾ ਲੱਗੂਗਾ ਜੇ ਇਹ ਕੇਂਦਰ ਦੇ ਹੱਥਾਂ ਦੇ ਵਿੱਚ ਆ ਗਈ ਗੱਲ। ਫਿਰ ਉਹ ਸਾਰੀ ਚੀਜ਼ ਖਤਮ ਕਰ ਦਿੱਤੀ ਜਾਏਗੀ, ਕੋਈ ਆਵਾਜ਼ ਨਹੀਂ ਉੱਠੇਗੀ, ਜੇ ਆਵਾਜ਼ ਆਏਗੀ ਤਾਂ ਸਿਰਫ ਇੱਥੇ RSS ਦੀ ਆਵਾਜ਼ ਆਏਗੀ। ਇੱਥੋਂ ਕੋਈ ਨੌਜਵਾਨ, ਕੋਈ ਇਨਕਲਾਬੀ, ਕੋਈ ਹੋਰ ਜਜ਼ਬੇ ਵਾਲੇ ਨੌਜਵਾਨ ਜਿਹੜੇ ਸੱਤਾ ਨੂੰ ਚੁਣੌਤੀ ਦਿੰਦੇ ਆ, ਜਿਹੜੀ ਸਰਕਾਰ ਦੀਆਂ ਜਿਹੜੀਆਂ ਵੀ ਗਲਤ ਨੀਤੀਆਂ ਨੇ ਉਹਨਾਂ ਤੇ ਸਵਾਲ ਚੁੱਕਦੇ ਆ, ਫਿਰ ਉਹ ਨਹੀਂ ਇੱਥੋਂ ਪੈਦਾ ਹੋਣਗੇ। ਇੱਥੋਂ ਕਹੇ ਜੇ ਪੈਦਾ ਹੋਣਗੇ, ਇੱਥੋਂ ਉਹੀ ਖਾਕੀ ਨਿੱਕਰਾਂ ਵਾਲੇ ਪੈਦਾ ਹੋਣਗੇ, ਇੱਥੋਂ RSS ABVP ਦੇ ਵਿੰਗ ਪੈਦਾ ਹੋਣਗੇ। ਫਿਰ ਪੰਜਾਬ ਨੂੰ ਕਿੱਦਾਂ ਦੇਖਦੇ ਹੋ ਕਿ ਪੰਜਾਬ 'ਚ 2022 'ਚ ਇਲੈਕਸ਼ਨ ਹੋਣਗੇ ਕਿ BJP ਕਬਜ਼ਾ ਕਰ ਲੇਗੀ ਇੱਥੇ? ਕਿਉਂਕਿ ਜੇ ਯੂਨੀਵਰਸਿਟੀ ਚਲੇਗੀ ਜਾਂ BJP ਪੰਜਾਬ 'ਚ ਆ ਜਾਂਦੀ ਫਿਰ ਪੰਜਾਬ ਖਤਮ ਹੋ ਗਿਆ। ਭਾਜਪਾ ਦਾ ਕੋਈ ਲੀਡਰ ਮੈਂ ਕਹਿੰਦੀ ਹਾਂ ਕਿਸੇ ਪਿੰਡ ਦੇ ਵਿੱਚ ਵੜ ਕੇ ਦਿਖਾ ਦੇ, ਛਿੱਤਰਾਂ ਦੇ ਹਾਰ ਪੈਣਗੇ ਉਹਨੂੰ, ਹੋਰ ਕੁਝ ਨਹੀਂ ਪਊਗਾ ਇੱਥੇ। ਇਸ ਵੇਲੇ ਲੋਕਾਂ ਦਾ ਗੁੱਸਾ ਇਕੱਲੇ ਭਾਜਪਾ ਦੇ ਖਿਲਾਫ ਨਹੀਂ, ਲੋਕ ਅਕਾਲੀਆਂ ਤੋਂ ਵੀ ਉਹਨੇ ਗੁੱਸੇ ਨੇ, ਲੋਕ ਕਾਂਗਰਸੀਆਂ ਤੋਂ ਵੀ ਉਹਨੇ ਗੁੱਸੇ ਨੇ ਵੀ ਸਿੱਖਿਆ ਨੂੰ ਇੱਕ ਤਾਂ ਵੇਚ ਦਿਓ, ਦੂਜਾ ਉਹਨੂੰ ਪੂਰਾ ਭਗਵਾਂਕਰਨ ਕਰ ਦਿਓ। ਸਾਨੂੰ ਬੰਦੇ ਹੀ ਇਹੋ ਜਿਹੇ ਚਾਹੀਦੇ ਆ ਜਿਹੜੇ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਨੂੰ 2-4 ਸਾਲ ਦੇ ਜਵਾਕ ਦੇ ਖਾਕੀ ਨਿੱਕਰ ਪਾਈ ਹੋਵੇ, ਉਸ ਤੋਂ ਬਿਨਾਂ ਉਹਦੇ ਦਿਮਾਗ ਤੇ ਐਂ ਲੱਗਿਆ ਹੋਵੇ ਵੀ ਕਿਸੇ ਆਸੇ-ਪਾਸੇ ਦੇਖੇ ਨਾ ਉਹਦਾ ਸਿਰਫ ਇੱਕੋ ਨਿਸ਼ਾਨਾ ਹੋਵੇ, ਹਿੰਦੂ ਰਾਸ਼ਟਰ, ਅਖੌਤੀ ਹਿੰਦੂ ਰਾਸ਼ਟਰ ਆਪਾਂ ਕਵਾਂਗੇ। ਤਾਂ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੇ ਭਗਵਾਕਰਨ ਹੋ ਜਾਏਗਾ ਕਿ ਹੱਲੇ ਵੀ ਸਟੂਡੈਂਟ ਇੱਥੇ ਪ੍ਰੋਟੈਸਟ ਕਰਨਗੇ, ਜਾਣ ਦੇਣਗੇ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥ ਵਿੱਚ ਕਿ ਨਹੀਂ ਜਾਣ ਦੇਣ? ਕੇਂਦਰ ਸਰਕਾਰ ਨੇ ਜਿਸ ਤਰੀਕੇ ਨਾਲ ਕੁਝ ਸਮਾਂ ਪਹਿਲਾਂ ਹੀ ਐਜੂਕੇਸ਼ਨ ਦੇ ਵਿੱਚ ਸੋਧ ਕੀਤੇ ਨੇ, ਕੋਈ ਨਵੀਆਂ ਨੀਤੀਆਂ ਲੈ ਕੇ ਆਏ ਨੇ, ਉਸ ਵਿੱਚ ਕਈ ਸੰਤੁਸ਼ਟ ਨੇ, ਕਈਆਂ ਨੂੰ ਇਤਰਾਜ਼ ਹੈ। ਇਤਰਾਜ਼ ਕਿਹਨੂੰ ਨੂੰ ਹੈ ਉਹ ਵੀ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਵੱਡੀ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੁਣ ਕੇਂਦਰ ਸਰਕਾਰ ਇਸ ਨੂੰ ਵੀ ਆਪਣੇ ਅੰਡਰ ਲੈਣਾ ਚਾਹੁੰਦੀ ਹੈ। ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੇਂਦਰ ਸਰਕਾਰ ਦੇ ਅੰਡਰ ਚਲੀ ਜਾਂਦੀ ਹੈ ਤਾਂ ਪੰਜਾਬ ਵਿੱਚ ਕੀ ਬਚੇਗਾ, ਜਾਂ ਪੰਜਾਬ ਨੂੰ ਇੱਕ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਕਿ ਯੂਨੀਵਰਸਿਟੀ ਅੰਡਰ ਕਰਕੇ ਜੋ ਪੰਜਾਬ ਦਾ ਕਲਚਰ ਹੈ ਜਾਂ ਪੰਜਾਬੀ ਤੋਂ ਬੋਲੀ ਜਾਂਦੀ ਹੈ ਜਾਂ ਪੰਜਾਬ ਨੂੰ ਇੱਕ ਸੰਦੇਸ਼ ਜਾਂਦਾ ਯੂਨੀਵਰਸਿਟੀ 'ਚੋਂ, ਉਹ ਖਤਮ ਹੋ ਜਾਏਗਾ। ਫਿਰ ਕੀ ਇੱਥੇ ਕਲਚਰ ਦੀ ਵੀ ਗੱਲ ਹੋਏਗੀ, ਭਾਸ਼ਾ ਦੀ ਵੀ ਕੋਈ ਗੱਲ ਹੋਏਗੀ? ਜੇ ਕੇਂਦਰ ਸਰਕਾਰ ਇਦਾਂ ਹੀ ਧੱਕੇ ਨਾਲ ਕਰਨ ਲੱਗ ਪਈ, ਸੋਚ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਕੀ ਹਾਲ ਹੋ ਸਕਦਾ ਹੈ। ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੇਂਦਰ ਸਰਕਾਰ ਕੋਲ ਚਲੀ ਜਾਂਦੀ ਹੈ, ਉਸ ਦੇ ਨਾਲ 188 ਕਾਲਜ ਸਰਕਾਰੀ ਤੇ ਪ੍ਰਾਈਵੇਟ ਜੋ ਪੰਜਾਬ ਵਿੱਚ ਨੇ ਉਹ ਵੀ ਕੇਂਦਰ ਸਰਕਾਰ ਕੋਲ ਚਲੇ ਜਾਣਗੇ। ਉਸ ਤੋਂ ਬਾਅਦ ਦਖਲਅੰਦਾਜ਼ੀ ਹੋਏਗੀ ਕੇਂਦਰ ਸਰਕਾਰ ਦੀ, ਪੰਜਾਬ ਦੇ ਹੱਥ ਕੁਝ ਵੀ ਨਹੀਂ ਬਚਣਾ। ਆਪਾਂ ਵਿਸਤਾਰ ਨਾਲ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਅਮਨ ਜੋ ਕਿ PUC ਨੇ ਲਲਕਾਰ ਤੋਂ ਨੇ, ਆਪਾਂ ਨਾਲ ਗੱਲਬਾਤ ਕਰਾਂਗੇ ਕਿ ਕੇਂਦਰ ਸਰਕਾਰ ਇਹ ਕਰਨਾ ਕਿਉਂ ਚਾਹੁੰਦੀ ਹੈ। ਪਹਿਲਾਂ ਕਿਸਾਨਾਂ ਦੇ ਰੋਹ ਦੇ ਵਿੱਚ ਜੋ ਬਿੱਲ ਆਏ ਸੀ ਉਸ ਨੂੰ ਲੈ ਕੇ ਪ੍ਰੋਟੈਸਟ ਜਾਰੀ ਨੇ, ਹੁਣ PU ਨੂੰ ਲੈ ਕੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਸੈਨੇਟ ਦੀਆਂ ਚੋਣਾਂ ਨਹੀਂ ਹੋਣ ਦੇ ਪਾ ਰਹੀ, ਉਸ ਉੱਪਰ ਵੀ ਮੁੱਦਾ ਭਖ ਗਿਆ। ਆਪਾਂ ਅਮਨ ਨਾਲ ਗੱਲ ਕਰਾਂਗੇ। ਅਮਨ, ਮੇਰਾ ਪਹਿਲਾ ਸਵਾਲ ਹੈ ਕਿ ਸੈਨੇਟ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ? ਕੋਈ ਕਾਫੀ ਲੰਮੇ ਸਮੇਂ ਤੋਂ ਇਹ ਮਾਮਲਾ ਲਟਕਾਇਆ ਜਾ ਰਿਹਾ, ਪ੍ਰੋਟੈਸਟ ਵੀ ਉਹਦੇ ਨਾਲ ਲਗਾਤਾਰ, ਅੱਜ ਵੀ ਪ੍ਰੋਟੈਸਟ ਹੈ। ਇਹ ਸੈਨੇਟ ਦੀਆਂ ਚੋਣਾਂ ਨਾ ਹੋਣ ਕਰਕੇ ਕੀ ਨੁਕਸਾਨ ਹੋ ਸਕਦਾ ਹੈ? ਪਹਿਲਾਂ ਤਾਂ ਸੈਨੇਟ ਦੀਆਂ ਚੋਣਾਂ ਸਿਰਫ ਇਸ ਕਰਕੇ ਨਹੀਂ ਹੋ ਰਹੀਆਂ ਕਿਉਂਕਿ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਜਿਹੜਾ ਉਹ ਪੱਕਾ RSS BJP ਦਾ ਬੰਦਾ ਹੈ। ਉਹ 2 ਸਾਲ ਪਹਿਲਾਂ ਇੱਥੇ ਲਾਇਆ ਗਿਆ ਸੀ ਤੇ ਪਿਛਲੇ ਸਮਿਆਂ ਦੇ ਵਿੱਚ ਵਾਈਸ ਚਾਂਸਲਰ ਨੇ ਜਦੋਂ ਵੀ ਕਦੇ ਆਪਣੇ ਏਜੰਡੇ ਆਪਦੇ ਬੰਦੇ ਇੱਥੇ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਆਪਣੇ ਏਜੰਡੇ ਸੈਨੇਟ ਵਿੱਚੋਂ ਪਾਸ ਕਰਾਉਣ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚੋਂ ਬਹੁਤ ਵਾਰੀ ਉਹਦੇ ਏਜੰਡੇ ਉਹ ਪਾਸ ਨਹੀਂ ਹੋਏ। ਤਾਂ ਇਹਨਾਂ ਦਾ ਇੱਕ ਭਾਜਪਾ ਦਾ ਮੰਤਰੀ ਸ਼ਰੇਆਮ ਪਿਛਲੇ ਸਮਿਆਂ ਦੇ ਵਿੱਚ ਉਹਨੇ ਬਿਆਨ ਦਿੱਤਾ ਸੈਨੇਟ ਦੇ ਵਿੱਚ, ਕਹਿੰਦਾ ਵੀ ਜੇ 370 ਖਤਮ ਕਰ ਸਕਦੇ ਹਾਂ ਤਾਂ ਅਸੀਂ ਸੈਨੇਟ ਵੀ ਚੱਕ ਸਕਦੇ ਹਾਂ। ਤਾਂ ਅੱਜ ਉਸੇ ਕੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਇਹ ਅੱਜ ਕੇਂਦਰ ਸਰਕਾਰ ਵੱਲੋਂ ਇੱਕ ਹਮਲਾ ਵਿੱਢਿਆ ਜਾ ਰਿਹਾ ਵਾ ਵੀ ਸੈਨੇਟ ਜਿਹੜੀ ਕਿ ਯੂਨੀਵਰਸਿਟੀ ਦੇ ਵਿੱਚ ਫੈਸਲੇ ਲੈਂਦੀ ਹੈ, ਜਿਹੜੀ ਬੋਡੀ ਜਿਹਦੀਆਂ ਚੋਣਾਂ ਇਸ ਸਾਲ ਹੋਣੀਆਂ ਸੀ 31 ਅਕਤੂਬਰ ਤੱਕ ਉਹਦਾ ਪੀਰੀਅਡ ਖਤਮ ਹੋ ਜਾਂਦਾ, ਉਹਦੀ ਟਰਮ ਖਤਮ ਹੋਣ ਤੋਂ ਪਹਿਲਾਂ ਚੋਣਾਂ ਹੋਣੀਆਂ ਸੀ ਤੇ ਵਾਈਸ ਚਾਂਸਲਰ ਤਰ੍ਹਾਂ ਦੇ ਬਹਾਨੇ ਮਾਰ ਕੇ, ਕਦੇ ਤਾਂ ਹੀ ਕਰੋਨਾ ਹੈ, ਫਿਰ ਬਿਹਾਰ ਚੋਣਾਂ ਹੋ ਗਈਆਂ, ਫਿਰ ਉਸ ਤੋਂ ਬਾਅਦ ਕਹਿੰਦਾ ਚੰਡੀਗੜ੍ਹ ਪ੍ਰਸ਼ਾਸਨ ਇਜਾਜ਼ਤ ਨਹੀਂ ਦਿੰਦਾ, ਅਸੀਂ ਇੱਥੇ ਫਰੀਦਾ ਜੀ ਨੂੰ ਜਾ ਕੇ ਮਿਲੇ, ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਇਹਦੇ ਵਿੱਚ ਕਰਵਾ ਲਓ ਚੋਣਾਂ, ਅੱਜ ਕਰਾ ਲਓ, ਅਸੀਂ ਤਾਂ ਲਿਖ ਕੇ ਦੇ ਦਾਂਗੇ। ਹੁਣ ਬਹਾਨਾ ਬਣਾਇਆ ਜਾ ਰਿਹਾ ਵੀ ਸਾਡੇ ਕੋਲ ਫੰਡ ਨਹੀਂ ਹੈਗੇ। ਮੁੱਕ ਦੀ ਗੱਲ ਇਹ ਹੈ ਵੀ
ਨੀਅਤ ਨਹੀਂ ਹੈਗੀ ਵੀ ਚੋਣਾਂ ਕਰਵਾਈਆਂ ਜਾਣ, ਕਿਉਂਕਿ ਜੇ ਚੋਣਾਂ ਹੁੰਦੀਆਂ ਤਾਂ ਫਿਰ ਉਹੀ ਵਾਈਸ ਚਾਂਸਲਰ ਦੇ ਜਿਹੜੇ ਏਜੰਡਿਆਂ ਦੇ ਤਹਿਤ ਇਹ ਯੂਨੀਵਰਸਿਟੀ ਨੂੰ ਖੋਣਾ ਚਾਹੁੰਦੇ ਨੇ ਉਹ ਪਾਸ ਨਹੀਂ ਹੋਣਗੇ। ਦੂਸਰੀ ਗੱਲ, ਹੁਣ ਜੇ ਸੈਨੇਟ ਚੋਣਾਂ ਨਹੀਂ ਹੁੰਦੀਆਂ ਤਾਂ ਕੀ ਹੁੰਦਾ ਹੈ? ਜੇ ਸੈਨੇਟ ਚੋਣਾਂ ਅੱਜ ਨਹੀਂ ਹੁੰਦੀਆਂ, ਜਿਹੜੀਆਂ ਕਿ ਨਹੀਂ ਹੋ ਰਹੀਆਂ, ਜਿਹੜੀਆਂ ਇਹ ਕਰਾਉਣ ਦੇ ਲੱਛਣ ਵੀ ਨਹੀਂ ਇਹਨਾਂ ਦੇ ਲੱਗ ਰਹੇ, ਤਾਂ ਆਉਣ ਵਾਲੇ ਸਮਿਆਂ ਵਿੱਚ ਜਿਹੜੀ ਇਹ ਯੂਨੀਵਰਸਿਟੀ ਜਿਹਦੇ ਤੇ ਪੰਜਾਬ ਦਾ ਬਣਦਾ ਹੱਕ ਹੈ, ਜਦੋਂ 1882 ਚ ਯੂਨੀਵਰਸਿਟੀ ਬਣਦੀ ਹੈ ਲਾਹੌਰ ਦੇ ਵਿੱਚ, ਤਾਂ ਉੱਥੋਂ 47 ਦੇ ਉਜਾੜੇ ਤੋਂ ਬਾਅਦ ਇੱਥੇ ਸਾਡੇ ਪੁਰਖੇ ਲੈ ਕੇ ਆਉਂਦੇ ਨੇ ਤੇ ਇੱਥੇ ਇਹ ਪੰਜਾਬ ਦੀ ਯੂਨੀਵਰਸਿਟੀ ਹੈ। ਜਦੋਂ 66 ਦੀ ਵੰਡ ਹੁੰਦੀ ਹੈ ਉਦੋਂ ਹਰਿਆਣੇ ਦੀ ਆਪਦੀ ਯੂਨੀਵਰਸਿਟੀ ਬਣ ਜਾਂਦੀ ਹੈ, ਹਿਮਾਚਲ ਦੀ ਆਪਦੀ ਬਣਦੀ, ਤੇ ਅੱਜ ਸਿਰਫ ਪੰਜਾਬ ਦੇ 188 ਕਾਲਜ ਨੇ ਜਿਹੜੇ ਇਹਦੇ ਨਾਲ ਐਫੀਲੀਏਟਡ ਨੇ। ਇਸ ਕਰਕੇ ਅੱਜ ਇਹ ਯੂਨੀਵਰਸਿਟੀ ਦੇ ਉੱਤੇ ਜਿਹੜਾ ਹੱਕ ਬਣਦਾ, ਬਾਨੀ ਇਹ ਸਟੇਟ ਯੂਨੀਵਰਸਿਟੀ ਚਾਹੀਦੀ ਸੀ, ਸਟੇਟ ਛੱਡੋ ਜਿਹੜੀ ਇੰਟਰ ਸਟੇਟ ਹਜੇ ਵਿਚਾਲੇ ਫਸੀ ਹੋਈ ਆ, ਜਿੰਨਾ ਹੱਕ ਹੈ ਅੱਜ ਵੀ ਇੱਕ ਜਿਹੜੀ ਕੜੀ ਜੁੜੀ ਹੋਈ ਹੈ ਪੰਜਾਬ ਦੀ ਚੰਡੀਗੜ੍ਹ ਦੇ ਨਾਲ, ਇਹ ਯੂਨੀਵਰਸਿਟੀ ਜਿਹੜੀ ਜੁੜੀ ਹੋਈ ਆ, ਅੱਜ ਉਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੇ। ਸਿੱਧੀ ਕੋਸ਼ਿਸ਼ ਆ ਵੀ ਕੇਂਦਰ ਯੂਨੀਵਰਸਿਟੀ ਨੂੰ ਆਪਦੇ ਹੱਥ ਦੇ ਵਿੱਚ ਲਊਗਾ ਤੇ ਉੱਥੋਂ ਫਿਰ ਇਹਦਾ ਸਾਰਾ ਜਿਹੜਾ ਕੁਛ ਆ ਉਹ ਉੱਤੋਂ ਚਲਾਇਆ ਜਾਣਗੇ, ਜਿਵੇਂ ਕਿ ਨਵੀਂ ਸਿੱਖਿਆ ਨੀਤੀ ਵਿੱਚ ਵੀ ਇਹੀ ਚੀਜ਼ਾਂ ਦਰਜ। ਤੁਹਾਨੂੰ ਕੀ ਲੱਗਦਾ ਇਫੈਕਟ ਕੀ ਪਏਗਾ? ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਕੇਂਦਰ ਸਰਕਾਰ ਪਹਿਲਾਂ ਕਰ ਦਿੰਦੀ, ਉਸ ਤੋਂ ਬਾਅਦ ਉਹ ਸੋਚਦੀ ਵੀ ਨਹੀਂ ਕਿ ਸੋਚ ਸਮਝ ਕੇ ਫੈਸਲਾ ਲਿੱਤਾ ਗਿਆ ਕਿ ਪੰਜਾਬ ਨੂੰ ਕਿੱਦਾਂ ਖਤਮ ਕਰਨਾ ਹੈ, ਕਿਉਂਕਿ ਯੂਨੀਵਰਸਿਟੀ ਚਲੇਗੀ ਤਾਂ ਪੰਜਾਬ ਦੇ ਹੱਥੋਂ ਚੰਡੀਗੜ੍ਹ ਵੀ ਚਲਾ ਜਾਊਗਾ, ਕਿਉਂਕਿ ਯੂਨੀਵਰਸਿਟੀ ਦੇ ਜੇ ਸਿੱਧਾ ਕੇਂਦਰ ਸਰਕਾਰ ਉਸ ਤੋਂ ਬਾਅਦ ਕਿਸੇ ਨੂੰ ਵੀ ਚੰਡੀਗੜ੍ਹ ਸੌਂਪ ਸਕਦੀ ਹੈ, ਚਾਹੇ ਹਿਮਾਚਲ ਨੂੰ ਸੌਂਪ ਦੇਵੇ ਚਾਹੇ ਹਰਿਆਣਾ ਨੂੰ। ਲੱਗਦਾ ਨਹੀਂ ਕਿ ਪੰਜਾਬ ਨੂੰ ਜਾਏਗਾ, ਪੰਜਾਬ 'ਚ ਇਹਦਾ ਹੱਕ ਹੈਗਾ। ਫਿਰ ਤੁਹਾਨੂੰ ਕੀ ਲੱਗਦਾ ਕਿਹੜੇ ਨੁਕਸਾਨ ਪੰਜਾਬ ਨੂੰ ਹੋਣਗੇ? ਚੰਡੀਗੜ੍ਹ ਪੰਜਾਬ ਗਵਾ ਲੇਗਾ, ਹੋਰ ਕਿਹੜੇ ਨੁਕਸਾਨ ਨੇ? ਸਭ ਤੋਂ ਵੱਡੀ ਗੱਲ ਹੈ ਵੀ ਯੂਨੀਵਰਸਿਟੀ ਜਿਹੜੀ ਹੁੰਦੀ ਹੈ ਨਾ, ਉਹ ਇੱਕ ਕੇਂਦਰ ਹੁੰਦਾ ਹੈ। ਉਹ ਤੁਹਾਡੀ ਭਾਸ਼ਾ, ਤੁਹਾਡੇ ਸੱਭਿਆਚਾਰ, ਤੁਹਾਡੇ ਤੇ ਇਤਿਹਾਸ, ਤੁਹਾਡੀ ਪੂਰੀ ਦੀ ਪੂਰੀ ਸੱਭਿਅਤਾ ਨੂੰ, ਤੁਹਾਡੀ ਕੌਮੀਅਤ ਨੂੰ ਅੱਗੇ ਵਿਕਸਿਤ ਕਰਨ ਦਾ ਇੱਕ ਕੇਂਦਰ ਹੁੰਦਾ ਹੈ। ਤੇ ਇਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਬਹੁਤ ਨੌਜਵਾਨ ਪੜ੍ਹਦੇ ਨੇ, ਇੱਥੋਂ ਸਾਡੀ ਮਾਂ ਬੋਲੀ ਨੇ ਪ੍ਰਫੁੱਲਤ ਹੋਣਾ ਹੈ। ਜਿਹੜੀ ਮਾਂ ਬੋਲੀ ਤੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਵਾਰ ਉਹਨੂੰ ਦੱਬਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਇੱਥੇ ਸਾਡੀ ਲੜਾਈ ਤਾਂ ਸਗੋਂ ਦੀ ਇਹ ਚੱਲ ਰਹੀ ਆ ਵੀ ਇੱਥੇ ਮਾਂ ਬੋਲੀ ਨੂੰ ਉਹਦਾ ਬਣਦਾ ਸਥਾਨ ਦਿੱਤਾ ਜਾਵੇ, ਪਹਿਲਾ ਦਰਜਾ ਦਿੱਤਾ ਜਾਵੇ। ਹੁਣ ਹੋ ਕੀ ਰਿਹਾ ਵੀ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਤੁਸੀਂ ਬਿਲਕੁਲ ਯੂਨੀਵਰਸਿਟੀ ਨੂੰ ਹੀ ਖੋਣ ਤੇ ਲੱਗੇ ਹੋਏ ਹੋ। ਤਾਂ ਇੱਥੋਂ ਯੂਨੀਵਰਸਿਟੀ ਜੇ ਪੰਜਾਬ ਦੇ ਹੱਥੋਂ ਜਾਂਦੀ ਹੈ ਤਾਂ ਅੱਜ ਬਹੁਤ ਵੱਡਾ, ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਝਟਕਾ ਹੋਊਗਾ, ਇੱਕ ਬਹੁਤ ਗਲਤ ਮਤਲਬ ਦੁਖਦਾਇਕ ਗੱਲ ਹੋਊਗੀ। ਪਰ ਗੱਲ ਇਹ ਹੈ ਵੀ ਅਸੀਂ ਕੀ ਜਾਣ ਦੇਵਾਂਗੇ ਇਸ ਯੂਨੀਵਰਸਿਟੀ ਨੂੰ ਆਪਦੇ ਹੱਥੋਂ, ਜਦੋਂ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਨਾਲ ਜਿੰਨੇ ਵਿਤਕਰੇ ਹੋਏ ਨੇ, ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੁੱਸੇ ਨੇ, ਉਹ ਰਾਜਨੀਤੀਆਂ ਉਹਦੇ ਤੇ ਖੇਡੀਆਂ ਗਈਆਂ ਨੇ, ਪਾਣੀਆਂ ਦੇ ਰੌਲੇ ਹਜੇ ਤੱਕ ਲਮਕੇ ਪਏ ਨੇ। ਜਾਂ ਪੰਜਾਬ ਦੇ ਵਿੱਚ ਹੁਣ ਜਿਵੇਂ ਆਰਥਿਕ ਨਾਕਾਬੰਦੀ ਹੋ ਰਹੀ ਆ, ਵੀ ਜੇ ਕਿਸਾਨਾਂ ਦਾ ਸੰਘਰਸ਼ ਕੇਂਦਰ ਸਿੱਧੇ ਤਰ੍ਹਾਂ ਨਾਲ ਉਹਨੂੰ ਨਹੀਂ ਹਟਾ ਸਕਦਾ ਲੋਕਾਂ ਨੂੰ, ਤਾਂ ਤੁਸੀਂ ਜੀ ਰੇਲਾਂ ਬੰਦ ਕਰ ਦਿਓ, ਤੁਸੀਂ ਪੰਜਾਬ ਨੂੰ ਆਉਂਦਾ ਪੇਂਡੂ ਵਿਕਾਸ ਫੰਡ 1000 ਕਰੋੜ ਰੁਪਏ ਉਹ ਰੋਕ ਦਿਓ, ਜਾਂ ਤੁਸੀਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਲਓ। ਤਾਂ ਇਸ ਕਰਕੇ ਇਹ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ, ਉਹਦੇ ਵਿੱਚੋਂ ਇੱਕ ਹੱਥਕੰਡਾ, ਇੱਕ ਟੂਲ ਆ ਜਿਹੜਾ ਉਹ ਯੂਨੀਵਰਸਿਟੀ ਦੇ ਉੱਤੇ ਵੀ ਕਬਜ਼ਾ ਕਰਨ ਦਾ ਹੈ। ਤੇ ਮੁੱਖ ਇਹੀ ਹੈ ਵੀ ਯੂਨੀਵਰਸਿਟੀ ਕੇਂਦਰ ਨੇ ਆਪਦੇ ਹੱਥ 'ਚ ਲੈਣੀ ਹੈ, ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਕੇ ਕਿਸੇ ਵੀ ਤਰ੍ਹਾਂ, ਤਾਂ ਕਿ ਸੰਘ ਦੇ ਬੰਦੇ ਅੱਜ ਇੱਥੇ ਬੈਠਣ, ਤਾਂ ਕਿ ਖਾਕੀ ਨਿਕਰਾਂ ਵਾਲਾ ਟੋਲਾ ਇੱਥੇ ਸ਼ਾਮਲ ਹੋਵੇ, ਤਾਂ ਕਿ ਉਹ BHU ਦੇ ਵਿੱਚ ਜਿਵੇਂ ਸ਼ਰੇਆਮ ਉਹ ਕਰਦੇ ਨੇ ਆਪਦੀਆਂ ਸ਼ਾਖਾਵਾਂ ਲਾਉਂਦੇ ਨੇ, ਉਵੇਂ ਇੱਥੇ ਵੀ ਉਹੀ ਗੁੰਡਾਗਰਦੀ, ਉਹੀ ਭਗਵਾਂ ਰੰਗ ਇਹਨੂੰ ਦੇਣ ਦੀਆਂ ਕੋਸ਼ਿਸ਼ਾਂ। ਤੁਹਾਨੂੰ ਲੱਗਦਾ RSS ਦੀ ਇੱਥੇ ਬ੍ਰਾਂਚ ਖੋਲ ਜੇਗੀ ਯੂਨੀਵਰਸਿਟੀ ਕੇਂਦਰ ਸਰਕਾਰ ਅੰਦਰ ਜਾਂਦੀ ਹੈ ਫਿਰ, ਕਿਉਂਕਿ ਸੈਂਟਰ ਸਰਕਾਰ ਕੁਝ ਵੀ ਕਰ ਸਕਦੀ ਹੈ। ਆਪਾਂ ਨੂੰ ਪਤਾ ਕਿ RSS ਤੇ ਕੇਂਦਰ ਸਰਕਾਰ ਦੀ ਜਿਸ ਤਰੀਕੇ ਨਾਲ ਬੰਦੀ ਹੈ, ਫਿਰ ਲੱਗਦਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੰਜਾਬੀ ਕਲਚਰ ਜਾਂ ਪੰਜਾਬ ਨੂੰ ਲੈ ਕੇ ਇੱਥੇ ਕਾਫੀ ਉਤਸ਼ਾਹ ਕੀਤਾ ਜਾਂਦਾ, ਇੱਥੇ ਫਿਰ ਕੱਲ ਨੂੰ RSS ਆਪਣੇ ਇੱਥੇ ਪਾਰਕਾਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਾ ਕੇ ਆਪਣੀ ਪ੍ਰੈਕਟਿਸ ਕਰਿਆ ਕਰਨਗੇ, ਜਾਂ ਇੱਥੇ RSS ਤੁਹਾਨੂੰ ਨੀਲੇ ਖਾਕੀ ਦਿਖਾਈ ਦੇਣਗੇ? ਬਿਲਕੁਲ ਇਹ ਦਿਖਾਈ ਦੇਣਗੇ। ਹੁਣ ਜਿਵੇਂ ਪਿਛਲੇ 2 ਸਾਲ ਪਹਿਲਾਂ ਅਸੀਂ ਇੱਥੇ ਮਾਂ ਬੋਲੀਆਂ ਦਾ ਮੇਲਾ ਲਾਇਆ ਸੀ ਨਵੰਬਰ ਪਿਛਲੇ ਦੇ ਵਿੱਚ, ਉਦੋਂ ਇਹੀ ਸਟੂਡੈਂਟ ਸੈਂਟਰ ਤੇ ਲਾਇਆ ਸੀ, ਤੇ ਉਹ ਮਾਂ ਬੋਲੀਆਂ ਦਾ ਮੇਲਾ ਕਦੇ ਨਹੀਂ ਦੁਬਾਰਾ ਲੱਗੂਗਾ ਜੇ ਇਹ ਕੇਂਦਰ ਦੇ ਹੱਥਾਂ ਦੇ ਵਿੱਚ ਆ ਗਈ ਗੱਲ। ਵੀ ਇਹਨਾਂ ਦਾ ਕੀ ਆ ਮਕਸਦ ਨਾ, ਵੀ ਅਸੀਂ ਇੱਥੇ ਡਿਸਕਸ਼ਨਾਂ ਕਰਾਉਂਦੇ ਆ, 370 ਖਤਮ ਹੋਈ ਸੀ, ਡਿਸਕਸ਼ਨ ਰੱਖੀ ਗਈ ਸੀ। ਜੇ ਇੱਥੇ ਕੋਈ ਵੀ ਸਮੱਸਿਆ ਹੁੰਦੀ ਹੈ, ਕੁੜੀਆਂ ਦੇ ਹੋਸਟਲਾਂ ਦੀ ਟਾਈਮਿੰਗ ਨੂੰ ਲੈ ਕੇ ਸੰਘਰਸ਼ ਚੱਲਿਆ, ਉਹ ਸੈਨੇਟ ਰਾਹੀਂ ਹੱਲ ਹੋਇਆ। ਫੀਸਾਂ ਵਧਾਈਆਂ ਗਈਆਂ, ਵਿਦਿਆਰਥੀਆਂ ਤੇ ਬੋਝ ਬਹੁਤ ਪਾਇਆ ਗਿਆ, ਤੇ ਉਹਦਾ 1.5 ਮਹੀਨੇ ਸੰਘਰਸ਼ ਚੱਲਿਆ, ਕੇਸ ਵੀ ਪਏ, ਪਰ ਉਹ ਵੀ ਸੈਨੇਟ ਰਾਹੀਂ ਜਾ ਕੇ ਹੱਲ ਹੋਇਆ। ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵੀ ਯੂਨੀਵਰਸਿਟੀ ਦੇ ਵਿੱਚ ਇੱਕ ਬੋਡੀ ਆ ਜਿਹੜੀ ਕਿ ਉਹਦੇ ਫੈਸਲੇ ਲੈਣ ਦੇ ਵਿੱਚ ਸਾਡਾ ਕਿਤੇ ਨਾ ਕਿਤੇ ਅਸੀਂ ਆਪਦੀਆਂ ਗੱਲਾਂ ਮਨਵਾ ਸਕਦੇ ਹਾਂ, ਉਹ ਬਿਲਕੁਲ ਖਤਮ ਹੋ ਜੂਗੀ ਸਪੇਸ। ਦੂਜੀ ਸਪੇਸ ਇੱਥੋਂ ਖਤਮ ਹੋ ਗਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਵਟਾਂਦਰਾ ਨਹੀਂ ਕਰ ਸਕਣਗੇ। ਇੱਥੋਂ ਕੋਈ ਨੌਜਵਾਨ, ਕੋਈ ਇਨਕਲਾਬੀ, ਕੋਈ ਹੋਰ ਜਜ਼ਬੇ ਵਾਲੇ ਨੌਜਵਾਨ ਜਿਹੜੇ ਸੱਤਾ ਨੂੰ ਚੁਣੌਤੀ ਦਿੰਦੇ ਆ, ਜਿਹੜੀ ਸਰਕਾਰ ਦੀਆਂ ਜਿਹੜੀਆਂ ਵੀ ਗਲਤ ਨੀਤੀਆਂ ਨੇ ਉਹਨਾਂ ਤੇ ਸਵਾਲ ਚੁੱਕਦੇ ਆ, ਫਿਰ ਉਹ ਨਹੀਂ ਇੱਥੋਂ ਪੈਦਾ ਹੋਣਗੇ। ਇੱਥੋਂ ਕਿਹੋ ਜਿਹੇ ਪੈਦਾ ਹੋਣਗੇ? ਇੱਥੋਂ ਉਹੀ ਖਾਕੀ ਨਿਕਰਾਂ ਵਾਲੇ ਪੈਦਾ ਹੋਣਗੇ, ਇੱਥੋਂ RSS ABVP ਦੇ ਵਿੰਗ ਪੈਦਾ ਹੋਣਗੇ, ਜਿਹਦਾ ਕਿ ਅਸੀਂ ਵਿਰੋਧ ਕਰਦੇ ਹਾਂ ਵੀ ਇਹ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਅਸੀਂ ਹੋਣ ਦੇਵਾਂਗੇ। ਇਸੇ ਕਰਕੇ ਹੁਣ ਡਟੀਆਂ ਹੋਈਆਂ ਨੇ ਵਿਦਿਆਰਥੀ ਜਥੇਬੰਦੀਆਂ ਵੀ ਭਾਵੇਂ ਜਿੱਡੀ ਮਰਜ਼ੀ ਲੰਬਾ ਸੰਘਰਸ਼ ਛੇੜਨਾ ਪਵੇ, ਪਰ ਇਹ ਯੂਨੀਵਰਸਿਟੀ ਕੇਂਦਰ ਹੈ।
ਕੱਲ੍ਹ ਵੀ ਆਪਾਂ ਦੇਖਿਆ ਵੀ ਧਾਰਾ 370 ਨੂੰ ਲੈ ਕੇ ਜਾਂ ਕਸ਼ਮੀਰ ਦੇ ਉਸ ਸਭਾ ਕਸ਼ਮੀਰ ਦੇ ਸਟੂਡੈਂਟ ਨਾਲ ਕੀ ਹੁੰਦਾ ਸੀ, ਉਸ ਤੋਂ ਬਾਅਦ ਇੱਕ ਬੜੀ ਆਵਾਜ਼ ਇੱਥੇ ਉੱਠੀ ਸੀ। ਇਹ ਆਵਾਜ਼ ਦਿੱਲੀ ਤੱਕ ਵੀ ਗੂੰਜੀ ਸੀ। ਕੇਂਦਰ ਸਰਕਾਰ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਇੱਥੇ ਹੋ ਰਿਹਾ, ਲਗਾਤਾਰ ਪ੍ਰੋਟੈਸਟ ਹੋਏ ਨੇ। ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹਮੇਸ਼ਾ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੋਲਦੀ ਆਈ ਹੈ। ਠੀਕ ਹੈ, ਦੂਜਾ ਧਿਰ ਵੀ ਇੱਥੇ ਮੌਜੂਦ ਹੈ, ABVP ਹੈਗੀ ਹੈ, ਉਹ ਵੀ ਆ ਪ੍ਰੋਟੈਸਟ ਕਰਦੀ ਹੈ, ਸ਼ਾਇਦ ਉਹ ਤੁਹਾਡੀ ਨੀਤੀਆਂ ਤੋਂ ਨਾ ਖੁਸ਼ ਹੋਣ। ਪਰ ਸਵਾਲ ਹੈ ਕਿ ਜਦੋਂ ਯੂਨੀਵਰਸਿਟੀ ਕੇਂਦਰ ਦੇ ਅੰਦਰ ਚਲੀ ਜਾਏਗੀ, ਜੋ ਤੁਸੀਂ ਆਵਾਜ਼ ਉਠਾਉਂਦੇ ਹੋ, ਜੋ ਇੱਥੇ ਸਟੂਡੈਂਟ ਹੈਗੇ ਨੇ, ਉਹ ਆਵਾਜ਼ ਦੱਬ ਜਾਏਗੀ। ਕੱਲ੍ਹ ਨੂੰ ਫਿਰ ਕੋਈ ਹਿੰਦੁਸਤਾਨ ਦੇ ਵਿੱਚ ਜਾਂ ਕਿਤੇ ਵੀ ਜਾ ਕੇ ਕੋਈ ਅਤਿਆਚਾਰ ਹੁੰਦਾ ਹੈ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜੇ ਪ੍ਰੋਟੈਸਟ ਕਰਨਾ ਹੋਏਗਾ, ਫਿਰ ਲੱਗਦਾ ਕਿ ਕੋਈ ਪ੍ਰੋਟੈਸਟ ਦੀ ਸਹੀ ਜਗ੍ਹਾ ਮਿਲ ਜਾਏਗੀ, ਕਿਉਂਕਿ ਇੱਕ ਸਟੂਡੈਂਟ, ਇੱਕ ਵਿਦਿਆਰਥੀ ਇਹੋ ਜਿਹਾ ਹੁੰਦਾ ਜੋ ਯੂਨੀਵਰਸਿਟੀ ਚੋਂ ਨਿਕਲ ਕੇ ਇੱਕ ਰਾਜਨੀਤੀ ਜਾਂ ਅਲੱਗ-ਅਲੱਗ ਖਿੱਤੇ ਵੱਲ ਜਾਂਦਾ, ਫਿਰ ਉਹ ਸਾਰੀ ਚੀਜ਼ ਖਤਮ ਕਰ ਦਿੱਤੀ ਜਾਏਗੀ। ਕੋਈ ਆਵਾਜ਼ ਨਹੀਂ ਉੱਠੇਗੀ। ਜੇ ਆਵਾਜ਼ ਆਏਗੀ ਤਾਂ ਸਿਰਫ ਇੱਥੇ RSS ਦੀ ਆਵਾਜ਼ ਆਏਗੀ। ਬਿਲਕੁਲ ਇਹੀ ਗੱਲ ਹੈ ਵੀ ਇੱਥੋਂ ਹੋਰ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਉੱਠੂਗੀ। ਜੇ ਅਸੀਂ ਅੱਜ ਇੱਥੇ ਯੂਨੀਵਰਸਿਟੀ ਦੇ ਵਿੱਚ ਕੁਝ ਕਰਨਾ ਹੁੰਦਾ ਹੈ, ਧਰਨੇ ਲਾਉਣੇ ਹੁੰਦੇ, ਅਸੀਂ ਲਾ ਲੈਂਦੇ ਹਾਂ, ਸਾਨੂੰ ਫਿਰ ਵੀ ਪਰਮਿਸ਼ਨਾਂ ਤਾਂ ਅਸੀਂ ਲੈਂਦੇ ਹੀ ਨਹੀਂ, ਕਿਉਂਕਿ ਯੂਨੀਵਰਸਿਟੀ ਸਾਡੀ ਆ, ਵਿਦਿਆਰਥੀਆਂ ਦੀ, ਅਸੀਂ ਲਾਵਾਂਗੇ ਜੋ ਸਾਡਾ ਹੱਕ ਬਣਦਾ ਇੱਥੇ, ਅਸੀਂ ਆਪਦੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਉਹਦੇ ਉੱਤੇ ਕਈ ਵਾਰ ਹੋਇਆ ਹੈ ਵੀ ਸਾਡੀਆਂ ਡਿਸਕਸ਼ਨਾਂ ਕੈਂਸਲ ਕਰਨ ਦੀ ਗੱਲ ਹੁੰਦੀ ਹੈ ਜੀ, ਤੁਹਾਨੂੰ ਬੁੱਕ ਐਗਜ਼ੀਬਿਸ਼ਨਸ ਲਾਉਣੀਆਂ ਨੇ, ਕੁਝ ਵੀ ਕਰਨਾ ਹੈ, ਤੁਸੀਂ ਪ੍ਰੋਗਰਾਮ ਕਰਨੇ ਨੇ, ਤਾਂ ਉਹਦੇ ਲਈ ਵੱਡੀਆਂ ਮਤਲਬ ਇੱਥੇ ਰੁਕਾਵਟਾਂ ਰਾਹ ਦੇ ਵਿੱਚ ਖੜੀਆਂ ਕੀਤੀਆਂ ਜਾਂਦੀਆਂ ਨੇ, ਉਹ ਹੋ ਵੀ ਰਹੀਆਂ ਨੇ ਲਗਾਤਾਰ। ਪਰ ਅਸੀਂ ਵਿਦਿਆਰਥੀ ਫਿਰ ਵੀ ਇਹਦਾ ਵਿਰੋਧ ਕਰਦੇ ਆ, ਕਿਉਂਕਿ ਸਾਨੂੰ ਪਤਾ ਵੀ ਸਾਡੀ ਆਵਾਜ਼ ਕਿਤੇ ਨਾ ਕਿਤੇ ਸੁਣੀ ਜਾਊਗੀ, ਵੀ ਸਾਡੇ ਵਿਦਿਆਰਥੀਆਂ ਦੀ ਯੂਨੀਵਰਸਿਟੀ, ਅਸੀਂ ਇੱਥੇ ਆਪਦੀ ਜਗ੍ਹਾ ਨੂੰ ਹੱਕ ਉਹਦੇ ਤੇ ਜਤਾਵਾਂਗੇ। ਪਰ ਆਉਣ ਵਾਲੇ ਸਮੇਂ ਵਿੱਚ ਜਿੰਨਾ ਤਿੱਖਾ ਇਹਨਾਂ ਨੇ ਸ਼ਿਕੰਜਾ ਕੱਸਣਾ ਹੈ, ਬੰਦੇ ਸਾਰੇ ਆਪਦੇ ਬਿਠਾ ਕੇ ਲਾ ਦੇਣੇ। VC ਪਹਿਲਾਂ ਹੀ ਇਹਨਾਂ ਦਾ ਬੈਠਾ ਹੋਇਆ, ਬੋਰਡ ਆਫ ਗਵਰਨੈਂਸ ਇਹਨਾਂ ਦਾ ਹੋਊਗਾ, ਕੇਂਦਰ ਸਰਕਾਰ ਇਹਨਾਂ ਦੀ ਆ, ਪੰਜਾਬ ਸਰਕਾਰ ਕੁਝ ਬੋਲ ਨਹੀਂ ਸਕਦੀ, ਪੰਜਾਬ ਦੇ ਲੋਕ ਕੁਝ ਕਰ ਨਹੀਂ ਸਕਦੇ, ਵਿਦਿਆਰਥੀ ਪੰਜਾਬ ਤੋਂ ਆਉਣੇ ਬੰਦ ਹੋ ਜਾਣਗੇ। ਸਿੱਧੀ ਜਿਹੀ ਗੱਲ ਹੈ, ਸੁਭਾਵਿਕ ਗੱਲ ਵੀ ਜਦੋਂ ਉਹਨਾਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਇੱਥੋਂ ਜਿਹੜੇ ਕਾਲਜ ਹੈਗੇ ਨੇ, ਜਿੱਥੋਂ ਵਿਦਿਆਰਥੀ ਆਉਂਦੇ ਨੇ ਪੰਜਾਬ ਤੋਂ, ਉਹ ਆਪਣੀ ਯੂਨੀਵਰਸਿਟੀ ਸਮਝ ਕੇ ਆਉਂਦੇ ਨੇ, ਫਿਰ ਉਹ ਬੰਦ ਹੋ ਜਾਣਗੀਆਂ ਚੀਜ਼ਾਂ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਵੀ ਇਹਦੇ ਖਤਮ ਹੋਣ ਦੇ ਨਾਲ ਨਾਲ ਫਿਰ ਇੱਥੇ ਸਿਰਫ ਇੱਕੋ ਵਿਚਾਰ ਰਹਿ ਜਾਊਗਾ, ਜਿਹੜਾ ਇਹ ਵਿਚਾਰ, ਜਿਹੜੇ ਰੰਗ, ਜਿਹੜਾ ਇੱਕ ਦੇਸ਼, ਇੱਕ ਸੱਭਿਅਤਾ, ਇੱਕ ਕੌਮ, ਇੱਕ ਭਾਸ਼ਾ, ਇੱਕ ਧਰਮ, ਜਿਹੜੀਆਂ ਉਹ ਤੋਂ ਗੱਲਾਂ ਕਰਦੇ ਨੇ, ਉਹਦੇ ਤਹਿਤ ਹੀ ਇਹ ਆ ਵੀ ਅਸੀਂ ਸਾਰਾ ਕੁਝ ਕੇਂਦਰ ਦੇ ਹੱਥ ਵਿੱਚ ਲੈਣਾ। ਜਿਵੇਂ ਅੱਜ ਜਿਹੜੇ ਖੇਤੀ ਕਾਨੂੰਨ ਇਹ ਲੈ ਕੇ ਆਏ ਆ, ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਕੇਂਦਰ ਦਾ ਕਿਸੇ ਤਰ੍ਹਾਂ ਦੇ ਖੇਤੀ ਕਾਨੂੰਨ ਪਾਸ ਕਰਨ ਦਾ, ਉਹ ਸੂਬਿਆਂ ਦਾ ਅਧਿਕਾਰ ਹੁੰਦਾ, ਪਰ ਇਹ ਖੋਹ ਲਿਆ ਸੂਬਿਆਂ ਦਾ ਅਧਿਕਾਰ, ਪਾਸ ਕਰਤੇ ਕੇਂਦਰ ਕਾਨੂੰਨ। ਉਵੇਂ ਹੀ ਡਾਕਾ ਅੱਜ ਜਿਹੜੀ ਜਿਵੇਂ ਸੂਬਿਆਂ ਦੀ ਖੁਦ ਮੁਖਤਿਆਰੀ ਤੇ ਡਾਕਾ ਪਿਆ, ਉਵੇਂ ਸਾਡੀ ਯੂਨੀਵਰਸਿਟੀਆਂ ਦੀ ਖੁਦ ਮੁਖਤਿਆਰੀ ਤੇ ਡਾਕਾ ਪੈ ਰਿਹਾ ਵੀ ਜਿਹੜੀਆਂ ਯੂਨੀਵਰਸਿਟੀਆਂ ਆਪੇ ਫੈਸਲਾ ਲੈਂਦੀਆਂ ਸੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਵੀ ਉਹ ਉਹਨਾਂ ਦੇ ਫੈਸਲੇ ਲੈਣ ਦੀ ਤਾਕਤ ਨੂੰ ਖਤਮ ਕਰਕੇ ਸਿਰਫ ਕੇਂਦਰ ਹੀ, ਜਿਵੇਂ ਉਹ ਹੁੰਦਾ ਵੀ ਹਿਟਲਰ ਉੱਤੋਂ ਇੱਕ ਬੈਠੇ ਫਰਮਾਨ ਜਾਰੀ ਕਰਨਗੇ, ਉੱਤੋਂ ਇੱਕ ਸੰਘ ਬੈਠਾ ਹੈ, ਉਹ ਸਾਰਾ ਕੁਝ ਚਲਾਊਗਾ। ਉਹੀ ਕਰਨ ਦੀਆਂ ਕੋਸ਼ਿਸ਼ਾਂ ਨੇ, ਉਹੀ ਇਹ ਕਰਨਾ ਚਾਹੁੰਦੇ ਨੇ, ਉਹੀ ਇਹਨਾਂ ਦਾ ਮਕਸਦ ਹੈ ਕਰਨ ਦੇ ਲਈ। ਪਰ ਲੱਗਦਾ ਬਿਹਾਰ ਚੋਣਾਂ ਜਿੱਤਣ ਤੋਂ ਬਾਅਦ ਹੁਣ BJP ਜਿਹੜਾ ਹੈਗਾ, ਉਹ ਜ਼ਿਆਦਾ ਉਹਦਾ ਜਿਹੜਾ ਸ਼ੀਸ਼ਾ ਸਾਫ਼ ਹੋ ਗਿਆ, ਕਿਉਂਕਿ BJP ਹੁਣ ਕਹਿ ਰਹੀ ਕਿ ਸਾਨੂੰ ਅਗਲੇ ਜਿਹੜੇ ਇਲੈਕਸ਼ਨ ਹੋਣਗੇ, ਚੋਣਾਂ ਹੋਣਗੀਆਂ, ਅਸੀਂ ਉਸ ਵਿੱਚ ਵੀ ਜਿੱਤ ਹਾਸਿਲ ਕਰਾਂਗੇ। ਹੁਣ ਸਾਨੂੰ ਅੱਗੇ ਜਾ ਸਾਡਾ ਹੋਰ ਵੱਧਦਾ ਜਾਊਗਾ, ਇਸ ਨਾਲ RSS ਵੀ ਵੱਧਦੀ ਜਾਊਗੀ। ਉਹ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ ਪੰਜਾਬ ਵਿੱਚ ਇਲੈਕਸ਼ਨ ਹੋਣਗੇ, ਉਸ ਸਮੇਂ ਤੇ ਕਿਹੋ ਜਿਹਾ ਮਾਹੌਲ ਹੋਊਗਾ, ਕਿਉਂਕਿ ਇੱਥੇ ਲੱਗਦਾ EVM ਤੇ ਵੀ ਸਵਾਲ ਉੱਠਦੇ ਆਏ ਨੇ। ਫਿਰ ਪੰਜਾਬ ਨੂੰ ਕਿੱਦਾਂ ਦੇਖਦੇ ਹੋ ਕਿ ਪੰਜਾਬ 'ਚ 2022 'ਚ ਇਲੈਕਸ਼ਨ ਹੋਣਗੇ, ਕਿ BJP ਕਬਜ਼ਾ ਕਰ ਲੇਗੀ ਇੱਥੇ? ਕਿਉਂਕਿ ਜੇ ਯੂਨੀਵਰਸਿਟੀ ਚਲੀ ਗਈ ਜਾਂ BJP ਪੰਜਾਬ 'ਚ ਆ ਜਾਂਦੀ, ਫਿਰ ਪੰਜਾਬ ਖਤਮ ਹੋ ਗਿਆ। 2022 ਤੋਂ ਪਹਿਲਾਂ ਮੈਨੂੰ ਲੱਗਦਾ ਹੁਣੇ ਹੀ ਮਾਹੌਲ ਦੇਖ ਲਓ ਤੁਸੀਂ ਚੱਕ ਕੇ, ਬਈ ਭਾਜਪਾ ਦਾ ਕੋਈ ਲੀਡਰ, ਮੈਂ ਕਹਿੰਦੀ ਹਾਂ ਕਿਸੇ ਪਿੰਡ ਦੇ ਵਿੱਚ ਵੜ ਕੇ ਦਿਖਾ ਦੇ, ਛਿੱਤਰਾਂ ਦੇ ਹਾਰ ਪੈਣਗੇ ਉਹਨੂੰ, ਹੋਰ ਕੁਝ ਨਹੀਂ ਪਊਗਾ ਇੱਥੇ। ਇਸ ਵੇਲੇ ਲੋਕਾਂ ਦਾ ਗੁੱਸਾ ਇਕੱਲੇ ਭਾਜਪਾ ਦੇ ਖਿਲਾਫ ਨਹੀਂ, ਲੋਕ ਅਕਾਲੀਆਂ ਤੋਂ ਵੀ ਉਨੇ ਗੁੱਸੇ ਨੇ, ਲੋਕ ਕਾਂਗਰਸੀਆਂ ਤੋਂ ਵੀ ਉਨੇ ਗੁੱਸੇ ਨੇ। ਤਾਂ ਇਸ ਕਰਕੇ ਮੁੱਖ ਤੌਰ ਤੇ ਭਾਜਪਾ ਦੇ ਖਿਲਾਫ, ਮੋਦੀ ਸਰਕਾਰ ਦੇ ਖਿਲਾਫ ਇੱਥੇ ਪੰਜਾਬ ਦੇ ਵਿੱਚ ਐਂਟਰੀ ਹੈ ਹੀ ਨਹੀਂ। ਤਾਂ 2022 ਤਾਂ ਬਹੁਤ ਦੂਰ ਦੀ ਗੱਲ ਹੈ। ਲੋਕ ਜਿਹੜੇ ਨੇ ਉਹ ਸਮਝ ਚੁੱਕੇ ਨੇ ਵੀ ਇਹਨਾਂ ਦੀਆਂ ਨੀਤੀਆਂ ਕੀ ਨੇ। EVM ਨਾਲ ਘੁਟਾਲੇ ਵੀ ਤੁਸੀਂ ਕਿੰਨੇ ਕੁ ਲੰਬੇ ਟਾਈਮ ਤੱਕ ਕਰੋਗੇ ਨਾ, ਜਦੋਂ ਤੁਹਾਨੂੰ ਪਤਾ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਹੀ ਨਹੀਂ ਕਰ ਸਕਦੇ, ਤੁਸੀਂ ਇੱਥੇ ਸ਼ਾਖਾਵਾਂ ਨਹੀਂ ਲਾ ਸਕਦੇ, ਤੁਸੀਂ ਇੱਥੇ ਆਪਦੇ ਵਿੰਗ ਖੜੇ ਕਰਕੇ ਦਿਖਾਓ, ਤੁਸੀਂ ਇੱਥੇ RSS ਨੂੰ ਵਾੜ ਕੇ ਦਿਖਾਓ ਪੰਜਾਬ ਦੇ ਅੰਦਰ, ਉਹ ਸੰਭਵ ਨਹੀਂ ਹੈਗਾ। ਤੇ ਐਵੇਂ ਹੀ ਲੋਕਾਂ ਦੇ ਅੰਦਰ ਅਸਲੀਅਤ ਸਾਹਮਣੇ ਆ ਰਹੀ ਹੈ, ਪਰ ਉਹਨੂੰ ਇੱਕ ਹੋਰ ਵੱਡੇ ਲੈਵਲ ਤੇ ਲੋਕਾਂ ਤੱਕ ਲੈ ਕੇ ਵੀ ਜਾਣੀਆਂ ਪੈਣੀਆਂ ਆਪਾਂ ਨੂੰ, ਵੀ ਸਰਕਾਰਾਂ ਜਿਹੜੀਆਂ ਨੇ, ਜਿਹੜੀਆਂ ਇਸ ਵੇਲੇ ਮੁੱਖ ਧਾਰਾ ਦੇ ਵਿੱਚ ਬੈਠੀਆਂ ਨੇ, ਸਿਰਫ ਵੋਟਾਂ ਦੀ ਰਾਜਨੀਤੀ ਵਾਲੀ ਗੱਲ ਨਹੀਂ ਹੈਗੀ। ਗੱਲ ਇਹ ਹੈ ਵੀ ਸਾਡੀਆਂ ਕੁਝ ਮੰਗਾਂ ਮਸਲੇ ਨੇ ਜਿਹੜੇ ਕਿਸੇ ਨੇ ਵੀ ਹੱਲ ਨਹੀਂ ਕੀਤੇ, ਅਸੀਂ ਉਹਨਾਂ ਨੂੰ ਲੈ ਕੇ ਕਦੋਂ ਬਿਹਾਰ ਨੂੰ ਲੈ ਕੇ ਕਿਹਾ ਜਾ ਰਿਹਾ ਸੀ, ਪੰਜਾਬ 'ਚ ਵੀ ਬੜੀ ਚਰਚਾ ਬਣੀ ਹੋਈ ਸੀ ਕਿ BJP ਜਿੱਤਦੇ ਹੀ ਨਹੀਂ, ਹਮੇਸ਼ਾ ਇਹੀ ਪੰਜਾਬ ਵਿੱਚ ਵੀ ਇਹੀ ਸੀ, ਕਿਸਾਨਾਂ ਦਾ ਵੀ ਵਿਰੋਧ ਸੀ ਵੀ ਕਿਸਾਨ ਵੀ ਉੱਥੇ ਪ੍ਰੋਟੈਸਟ ਕਰਨਗੇ, ਬਿਹਾਰ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ। ਫਿਰ ਜਿੱਤ ਦਾ ਕਾਰਨ ਕੀ ਮੰਨਦੇ ਹੋ? ਬਾਕੀ ਕੋਈ BJP ਦਾ ਫੈਕਟਰ ਰਿਹਾ ਉੱਥੇ ਜਾ ਕੇ ਕਿ EVM ਨੂੰ ਲੈ ਕੇ ਸਵਾਲ ਜਾਂ ਨਿਸ਼ਾਨ ਜਿਵੇਂ ਖੜੇ ਹੋਦੇ ਨੇ, EVM ਦਾ ਵੀ ਕੋਈ ਮਸਲਾ ਹੋ ਸਕਦਾ ਹੈ? ਬਿਲਕੁਲ, ਇਹਦੇ ਵਿੱਚ EVM ਦਾ ਬਹੁਤ ਵੱਡੇ ਘੁਟਾਲੇ ਲੱਗਦੇ ਨੇ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੀ ਕਾਰਨ ਰਹੇ ਨੇ, ਕਾਰਨ ਬਹੁਤ ਸਾਰੇ ਹੋ ਸਕਦੇ ਨੇ, ਉਹਨਾਂ ਵਿੱਚੋਂ ਇੱਕ ਫੈਕਟਰ ਜ਼ਰੂਰ ਇਹ ਹੈ
ਵੀ ਇੱਕ ਤਾਂ ਇਹ ਹੁੰਦਾ ਵੀ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਲੁਭਾਉਣੇ, ਜਿਵੇਂ ਪਹਿਲੀਆਂ ਜਿਹੜਾ ਚੋਣਾਂ ਹੋਈਆਂ ਸੀਗੀਆਂ, ਪਹਿਲੇ ਪਾਰਟ ਦੇ ਵਿੱਚ ਹੋਈਆਂ ਸੀ, ਉਦੋਂ ਇਹਨਾਂ ਨੇ ਜਾਤ ਧਰਮ ਵਾਲਾ ਪੱਤਾ ਨਹੀਂ ਖੇਡਿਆ। ਪਰ ਜਦੋਂ ਦੂਸਰੇ ਵਾਰ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਸ਼ਰੇਆਮ ਸਿੱਧਾ ਜਾਤ ਦੇ ਨਾਮ ਤੇ, ਧਰਮ ਦੇ ਨਾਮ ਤੇ, ਰਾਮ ਮੰਦਿਰ ਦੇ ਨਾਮ ਤੇ ਵੋਟਾਂ ਮੰਗੀਆਂ ਗਈਆਂ ਨੇ। ਤੇ ਇਹ ਇੱਕ ਸਮੱਸਿਆ ਹੈ ਸਾਡੇ ਅੰਦਰ ਵੀ ਅਸੀਂ ਆਪਸ ਵਿੱਚ ਹੀ ਵੰਡੇ ਜਾਂਦੇ ਆ, ਅਸੀਂ ਆਪਸ ਦੇ ਵਿੱਚ ਜਾਤਾਂ ਧਰਮਾਂ ਦੇ ਨਾਮ ਤੇ ਵੰਡੇ ਜਾਂਦੇ ਹਾਂ, ਜਦੋਂ ਕਿ ਸਾਨੂੰ ਪਤਾ ਹੈ ਵੀ ਸਾਡਾ ਹਾਕਮ ਇੱਕੋ ਹੈ ਤੇ ਉਹ ਸਿਰਫ ਇਹਨੂੰ ਵਰਤ ਰਿਹਾ ਸਾਨੂੰ ਆਪਸ ਦੇ ਵਿੱਚ ਵੰਡਣ ਦੇ ਲਈ। ਤੇ ਇਹਦੇ ਨਾਮ ਦੇ ਉੱਤੇ ਵੋਟਾਂ ਦੀ ਰਾਜਨੀਤੀ ਖੇਡ ਕੇ ਇਹ ਵੀ ਕੀਤਾ ਗਿਆ ਹੈ। ਨਾਲ ਆਪਾਂ ਕਵਾਂਗੇ ਵੀ ਈਵੀਐਮ ਦੇ ਵੀ ਘੁਟਾਲੇ ਹੋਏ ਹੋਣਗੇ, ਵੱਡੇ ਘੁਟਾਲੇ ਕਹਿ ਹੀ ਰਹੇ ਨੇ ਵੀ ਉੱਥੇ ਸਾਹਮਣੇ ਆਏ ਹੋਣਗੇ। ਮੈਂ ਇੱਕ ਆਖਰੀ ਸਵਾਲ ਹੈ ਕਿ ਅੱਜ ਪੇਪਰ 'ਚ ਖਬਰ ਮੈਂ ਪੜ੍ਹ ਰਿਹਾ ਸੀ ਸਵੇਰੇ ਸਵੇਰੇ ਕਿ ਉਸ ਵਿੱਚ ਆਇਆ ਸੀ ਕਿ ਪੀਐਮ ਸਾਹਿਬ ਨੇ ਕਿਹਾ ਕਿ 2014 ਤੋਂ ਲੈ ਕੇ 2020 ਦੇ ਵਿੱਚ 10 ਕਰੋੜ 14 ਲੱਖ ਟੋਇਲਟ ਉਹਨਾਂ ਨੇ ਬਣਾ ਦਿੱਤੇ ਨੇ। ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿਸੇ ਨੇ ਟੋਇਲਟ 'ਤੇ ਬਿਆਨਬਾਜ਼ੀ ਕੀਤੀ ਹੋਵੇ। ਦੂਸਰੇ ਪਾਸੇ ਖਬਰ ਲੱਗੀ ਸੀ ਕਿ 300 ਕਰੋੜ ਯੂਨੀਵਰਸਿਟੀ ਪਟਿਆਲਾ ਦਾ ਘਾਟੇ ਵੀ ਜਾ ਰਹੀ ਹੈ, ਉੱਥੇ ਡਿਜ਼ਾਈਨ ਹੋ ਚੁੱਕਿਆ। ਹੁਣ ਦੋਨਾਂ ਖਬਰਾਂ ਨੂੰ ਕਿੱਦਾਂ ਦੇਖਦੇ ਹੋ? ਜਦੋਂ ਪੀਐਮ ਸਾਹਿਬ ਨੇ ਕਿਸਾਨਾਂ ਦੇ ਬੋਲਣਾ ਹੁੰਦਾ ਉਦੋਂ ਬੋਲਦੇ ਨਹੀਂ, ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨੇ ਘਾਟੇ ਵੀ ਜਾ ਰਹੀਆਂ ਨੇ ਉਦੋਂ ਬੋਲਦੇ ਨਹੀਂ ਹੋ, ਜਦੋਂ ਬੇਰੁਜ਼ਗਾਰੀ ਦੀ ਗੱਲ ਹੁੰਦੀ ਹੈ ਉਹ ਆંકੜਾ ਗਾਇਬ ਕਰਤਾ ਹੈ, ਜਦੋਂ ਕਰੋਨਾ ਕਾਲ ਦਾ ਸਮਾਂ ਹੁੰਦਾ ਇੰਨੀਆਂ ਨੌਕਰੀ ਚਲੇ ਗਈਆਂ, ਕਈਆਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਆંકੜਾ ਨਹੀਂ ਦਿਖਾ ਰਹੇ। ਟੋਇਲਟ 'ਤੇ ਬੋਲਣਾ ਜ਼ਰੂਰੀ ਸੀ। ਇਹ ਮਾਨਸਿਕਤਾ ਕਿੱਧਰ ਜਾ ਰਹੀ ਹੈ ਕਿ ਸਾਨੂੰ ਐਜੂਕੇਸ਼ਨ ਦੀ ਲੋੜ ਹੈ ਕਿ ਪੀਐਮ ਸਾਹਿਬ ਇਹੋ ਜਿਹੇ ਬਿਆਨ ਦੇ ਕੇ ਇਹ ਜਿਹੜੇ ਵਿਦਿਆਰਥੀ ਵਿੰਗ ਉਸ ਨੂੰ ਕਿਸ ਪਾਸੇ ਲਗਾ ਰਹੇ ਨੇ? ਵਿਦਿਆਰਥੀ ਵਿੰਗ ਕੀ ਲੋਕਾਂ ਨੂੰ ਹੀ ਵੀ ਜਿਹੜੇ ਲੋਕਾਂ ਦੇ ਅਸਲ ਮੁੱਦੇ ਨੇ ਉਹਨਾਂ ਤੋਂ ਭਟਕਾ ਦਿੱਤਾ ਜਾਵੇ ਉਹਨੂੰ। ਅਸੀਂ ਜੀ ਮੋਰ ਨਾਲ ਫੋਟੋਆਂ ਖਿਚਾਈ ਜਾਂਦੇ ਹਾਂ, ਤੋਤਿਆਂ ਨਾਲ ਫੋਟੋਆਂ ਕਰਾਈ ਜਾਂਦੇ ਹਾਂ, ਬੈਠੇ ਯੋਗਾ ਕਰੀ ਜਾਂਦੇ ਹਾਂ, ਜਾਂ ਇਹੋ ਜਿਹੀਆਂ ਫਾਲਤੂ ਦੇ ਬਿਆਨ ਵੀ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ। ਹੁਣ 21ਵੀਂ ਸਦੀ ਦੇ ਵਿੱਚ ਤੁਸੀਂ ਟਾਇਲਟਸ ਦੇ ਉੱਤੇ ਬੋਲੋਗੇ, ਮਤਲਬ ਇਹ ਸਮਝਣ ਵਾਲੀ ਗੱਲ ਹੈ ਵੀ ਅੱਜ ਦੇ ਵੱਡੇ ਮੁੱਦੇ, ਵੱਡੇ ਸਵਾਲ ਹੈਗੇ ਨੇ ਤੇ ਉਹ ਸੱਤਾ ਨੂੰ ਹੀ ਕੇਂਦਰਿਤ ਨੇ। ਉਹਦੇ ਲਈ ਜ਼ਿੰਮੇਵਾਰ ਇਹ ਮੋਦੀ, ਇਹ ਸਰਕਾਰ ਹੈ ਤੇ ਉਹਦੇ ਲਈ ਜਦੋਂ ਇਹਨਾਂ ਨੂੰ ਸਵਾਲ ਉੱਠਦੇ ਆ ਤਾਂ ਸਾਡੇ ਮੂੰਹ ਤੇ ਚੇਪੀਆਂ ਲੱਗ ਜਾਂਦੀਆਂ ਨੇ। ਕੋਈ ਇਹਦੇ ਉੱਤੇ ਗੱਲਬਾਤ ਹੁੰਦੀ ਨਹੀਂ ਹੈਗੀ। ਤਾਂ ਇਹ ਸਿਰਫ ਇਹੀ ਹੈ ਵੀ ਡੀਰੇਲ ਕੀਤਾ ਜਾਵੇ ਅਸਲ ਮਸਲੇ ਨੂੰ, ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਇੱਧਰ ਉੱਧਰ ਕੀਤਾ ਜਾਵੇ। ਜਿਵੇਂ ਤੁਸੀਂ ਕਿਹਾ ਵੀ ਜਿਹੜੀ ਬਰਾਬਰ ਦੀ ਖਬਰ ਹੈ ਉਹ ਅੱਜ ਵੱਧ ਇੰਪੋਰਟੈਂਸ ਹੈ ਵੀ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਇੰਨੇ ਘਾਟੇ 'ਚ ਜਾ ਰਹੀਆਂ ਨੇ, ਉਹਨਾਂ ਦਿਵਾਲੀਆ ਨਿਕਲ ਜਾਣਾ। ਤੇ ਇਹਨਾਂ ਦੀ ਜਿਹੜੀ ਨਵੀਂ ਸਿੱਖਿਆ ਨੀਤੀ ਉਹਦੇ ਵਿੱਚ ਹੈਗਾ ਵੀ ਇਹੀ ਹੈ ਵੀ ਉਹ ਦੱਸਦੇ ਨੇ ਵੀ ਸਮੱਸਿਆਵਾਂ ਬਹੁਤ ਨੇ, ਆਹ ਵੀ ਸਮੱਸਿਆ, ਉਹ ਵੀ ਸਮੱਸਿਆ। ਸਕੂਲਾਂ ਦੇ ਵਿੱਚ ਵਿਦਿਆਰਥੀ ਘੱਟ ਆ ਰਹੇ ਨੇ, ਡ੍ਰੌਪ ਆਊਟ ਰੇਟ ਵੱਧ ਗਿਆ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਹੀਂ ਵਧੀਆ ਮਿਲ। ਹੁਣ ਉਹਦਾ ਹੱਲ ਕੀ ਪੇਸ਼ ਕਰਦੇ ਨੇ? ਪ੍ਰਾਈਵੇਟ ਕਰ ਲਓ, ਪ੍ਰਾਈਵੇਟ ਸਰਕਾਰੀਆਂ ਦੇ ਕਲਸਟਰ ਬਣਾ ਦਿਓ, ਜਾਂ ਆਪਾਂ ਨੂੰ ਅਧਿਆਪਕ ਭਰਤੀ ਕਰਨ ਦੀ ਲੋੜ ਨਹੀਂ, ਆਪਾਂ ਵਲੰਟੀਅਰ ਭਰਤੀ ਕਰਾਂਗੇ ਜਿਹੜੇ ਪੜ੍ਹਾਈਆਂ ਕਰਾਉਣਗੇ। ਵਲੰਟੀਅਰ ਕੌਣ ਹੋਣਗੇ? ਆਰਐਸਐਸ ਦੇ ਬੰਦੇ ਹੋਣਗੇ ਜਿਹੜੇ ਨਿੱਕੇ ਨਿੱਕੇ ਪਹਿਲੀ ਦੂਜੀ ਕਲਾਸ ਵਾਲੇ ਜਵਾਕਾਂ ਦੇ ਦਿਮਾਗਾਂ ਦੇ ਵਿੱਚ ਜ਼ਹਿਰ ਘੋਲਣਗੇ। ਤਾਂ ਇਹੋ ਜਿਹੀਆਂ ਜਿਹੜੀਆਂ ਇਹ ਕਰ ਰਹੇ ਨੇ ਕੋਸ਼ਿਸ਼ਾਂ ਵੀ ਸਿੱਖਿਆ ਨੂੰ ਇੱਕ ਤਾਂ ਵੇਚ ਦਿਓ, ਦੂਜਾ ਉਹਨੂੰ ਪੂਰਾ ਭਗਵਾਂਕਰਨ ਕਰ ਦਿਓ। ਸਾਨੂੰ ਬੰਦੇ ਹੀ ਇਹੋ ਜਿਹੇ ਚਾਹੀਦੇ ਆ ਜਿਹੜੇ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਨੂੰ 2-4 ਸਾਲ ਦੇ ਜਵਾਕ ਦੇ ਖਾਕੀ ਨਿੱਕਰ ਪਾਈ ਹੋਵੇ, ਉਸ ਤੋਂ ਬਿਨਾਂ ਉਹਦੇ ਦਿਮਾਗ ਤੇ ਐਂ ਲੱਗਿਆ ਹੋਵੇ ਵੀ ਕਿਸੇ ਆਸੇ-ਪਾਸੇ ਦੇਖੇ ਨਾ ਉਹਦਾ ਸਿਰਫ ਇੱਕੋ ਨਿਸ਼ਾਨਾ ਹੋਵੇ, ਹਿੰਦੂ ਰਾਸ਼ਟਰ, ਅਖੌਤੀ ਹਿੰਦੂ ਰਾਸ਼ਟਰ ਆਪਾਂ ਕਵਾਂਗੇ ਵੀ ਉਹ ਸਿਰਫ ਇਹਨਾਂ ਦੇ ਕਾਡਰ ਬਣ ਕੇ ਨਿਕਲਣ। ਇਹ ਅੱਜ ਇਹਨਾਂ ਦੀਆਂ ਕੋਸ਼ਿਸ਼ਾਂ। ਤੇ ਲੋਕੀ ਸਮਝਦੇ ਨੇ ਕਿ ਸਾਨੂੰ ਐਜੂਕੇਸ਼ਨ ਦੀ ਲੋੜ ਹੈਗੀ ਹੈ ਜਾਂ ਸਾਨੂੰ ਨੌਕਰੀ ਦੀ ਲੋੜ ਹੈਗੀ ਹੈ। ਆਪਾਂ ਕਈ ਦੇਖਿਆ ਕਈ ਜਗ੍ਹਾ ਦੇ ਉੱਤੇ ਵੀ ਪ੍ਰਚਾਰ ਵੀ ਹੁੰਦਾ ਹੈ ਕਿ ਮੋਦੀ ਨੇ ਬਹੁਤ ਵਧੀਆ ਕੰਮ ਕੀਤੇ ਨੇ। ਠੀਕ ਹੈ, ਕਈ ਕੰਮ ਵਧੀਆ ਵੀ ਕੀਤੇ ਹੋਣਗੇ। ਜਦੋਂ ਪ੍ਰੋਟੈਸਟ ਕਰਨ ਦੀ ਵਾਰੀ ਆਉਂਦੀ ਹੈ, ਜੋ ਕੰਮ ਗਲਤ ਹੋਏ ਨੇ ਉਸ ਉੱਪਰ ਲੋਕੀ ਇਹਨੇ ਬੋਲਦੇ ਨੇ, ਪਰ ਇੰਨਾ ਤਬਕਾ ਸਾਹਮਣੇ ਆਉਂਦਾ ਤੁਹਾਨੂੰ ਲੱਗਦਾ ਕਿ ਇੰਨੀ ਕਿਤੇ ਜਾ ਕੇ ਪ੍ਰੋਟੈਸਟ ਹੁੰਦੇ ਨੇ? ਨਹੀਂ ਹੁੰਦੇ ਨੇ ਪ੍ਰੋਟੈਸਟ 'ਚ, ਲੋਕਾਂ ਦੇ ਪ੍ਰੋਟੈਸਟ 'ਚ ਮੀਡੀਆ ਨਹੀਂ ਕਵਰ ਕਰਦਾ। ਆਮ ਤੌਰ ਤੇ ਆਪਾਂ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਜੋ ਹੋ ਰਿਹਾ ਵਾ, ਉਹ ਮੈਨੂੰ ਨਹੀਂ ਲੱਗਦਾ ਵੀ ਨੈਸ਼ਨਲ ਮੀਡੀਆ ਨੇ ਕਿਤੇ ਬਹੁਤਾ ਕਵਰ ਕੀਤਾ ਹੋਣਾ। ਉਹਨਾਂ ਕੋਲ ਹੋਰ ਬਥੇਰੇ ਮੁੱਦੇ ਨੇ ਫਾਲਤੂ ਦੇ ਕਵਰ ਕਰਨ ਲਈ। ਤਾਂ ਅਸੀਂ ਜਿਵੇਂ ਹੁਣੇ 16 ਨਵੰਬਰ ਨੂੰ ਸਰਾਭੇ ਵਿਖੇ ਵੱਡਾ ਇਕੱਠ ਹੋ ਕੇ ਹਟਿਆ ਵਾ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਵੀ ਇਕੱਠ ਕਰਦੇ ਹਾਂ, ਅਸੀਂ ਪ੍ਰੋਟੈਸਟ ਵੀ ਕਰਦੇ ਹਾਂ, ਪਰ ਉਹ ਕਵਰੇਜ ਉਹਦੀ ਆਮ ਤੌਰ ਤੇ ਘੱਟ ਹੁੰਦੀ ਹੈ। ਤੇ ਉਹ ਲੋਕ ਹੁਣ ਸਮਝ ਰਹੇ ਨੇ, ਜੇ ਪਹਿਲਾਂ ਨਹੀਂ ਨਾ ਜਿਹੜੇ ਲੋਕ ਸਮਝੇ, ਉਹਨਾਂ ਨੇ ਪਿਛਲੇ ਮੈਨੂੰ ਲੱਗਦਾ ਵੀ ਜਿਹੜੇ ਨੌਜਵਾਨ ਹੁਣ ਤੱਕ ਗਾਇਬ ਸੀਗੇ ਇਹਨਾਂ ਧਰਨਿਆਂ ਪ੍ਰਦਰਸ਼ਨਾਂ ਤੋਂ, ਉਹ ਅੱਜ ਇਹਨਾਂ ਧਰਨਿਆਂ ਪ੍ਰਦਰਸ਼ਨਾਂ 'ਚ ਨਿਕਲ ਰਹੇ ਨੇ। ਉਹਨਾਂ ਨੂੰ ਸੂਝ ਆ ਰਹੀ ਹੈ ਵੀ ਯਾਰ ਸਮੱਸਿਆਵਾਂ ਬਹੁਤ ਵੱਡੀਆਂ ਨੇ ਤੇ ਘਰਾਂ 'ਚ ਬਹਿ ਕੇ ਹੱਲ ਨਹੀਂ ਹੋਣੀਆਂ ਤੇ ਕੋਈ ਵਿਦੇਸ਼ਾਂ 'ਚ ਜਾ ਕੇ ਵੀ ਹੱਲ ਨਹੀਂ ਹੋਣੀਆਂ। ਅੱਜ ਇਹ ਹਾਕਮ ਹੈ, ਇਹ ਇੱਕ ਇਹੋ ਜਿਹੀ ਮਤਲਬ ਆਪਾਂ ਕਹਿ ਦਈਏ ਵੀ ਬੰਦੇ ਵੜੇ ਹੋਏ ਨੇ ਸਾਡੇ ਸਿਸਟਮ ਦੇ ਵਿੱਚ, ਇਹੋ ਜਿਹਾ ਕੈਂਸਰ ਇੱਕ ਵੜਿਆ ਹੋਇਆ, ਫੈਲਿਆ ਹੋਇਆ, ਜਿਹਨੇ ਸਭ ਕੁਝ ਖਤਮ ਕਰ ਦੇਣਾ। ਇੱਥੋਂ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਵਿਦਿਆਰਥੀਆਂ, ਨੌਜਵਾਨਾਂ ਦਾ ਸਾਰਾ ਭਵਿੱਖ ਇੱਕ ਕਾਲਾ ਹੋਊਗਾ। ਤੇ ਜੇ ਅੱਜ ਨਹੀਂ ਬੋਲਦੇ ਤਾਂ ਉਹ ਬੋਲ ਰਹੇ ਨੇ, ਇਕੱਠ ਹੋ ਰਹੇ ਨੇ। ਤਾਂ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੇ ਭਗਵਾਕਰਨ ਹੋ ਜਾਏਗਾ ਕਿ ਹੱਲੇ ਵੀ ਸਟੂਡੈਂਟ ਇੱਥੇ ਪ੍ਰੋਟੈਸਟ ਕਰਨਗੇ, ਜਾਣ ਦੇਣਗੇ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥ ਵਿੱਚ ਕਿ ਨਹੀਂ ਜਾਣ ਦੇਣਗੇ? ਨਹੀਂ ਜਾਣ ਦੇਣਗੇ, ਬਿਲਕੁਲ ਨਹੀਂ ਜਾਣ ਦੇਵਾਂਗੇ। ਅਸੀਂ ਯੂਨੀਵਰਸਿਟੀ ਦੇ ਇੱਥੇ ਅਸੀਂ ਆਪਣੇ ਭਗਤ ਸਰਾਭਿਆਂ ਦੇ ਵਾਰਸ ਹਾਂ। ਇੱਥੇ ਅਸੀਂ ਇਸ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ, ਇਸ ਖਾਕੀ ਨਿੱਕਰਾਂ ਦੇ ਟੋਲੇ ਦੇ ਹੱਥ ਵਿੱਚ ਕਦੇ ਵੀ ਨਹੀਂ ਜਾਣ ਦੇਵਾਂਗੇ। ਤੇ ਇਹਦੇ ਵਿੱਚ ਇਕੱਲੇ ਅਸੀਂ ਨਹੀਂ, ਅਸੀਂ ਇਹ ਕਹਿੰਦੇ ਹਾਂ ਵੀ ਪੂਰੇ ਪੰਜਾਬ ਦੀ ਸਾਨੂੰ ਹਮਾਇਤ ਹੈਗੀ ਆ। ਜਿਵੇਂ ਇੱਕ ਸੈਨੇਟ ਮੈਂਬਰ ਨੇ ਵੀਸੀ ਨਾਲ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਿਹਾ ਸੀ, ਕਹਿੰਦਾ ਵੀ ਇਹ ਭੁਲੇਖਾ ਤੁਹਾਡਾ ਵੀ ਇਹ ਯੂਪੀ ਆ, ਬਨਾਰਸ ਹੈਗਾ ਵਾ, ਇਹ ਪੰਜਾਬ ਹੈ। ਤੇ ਜੇ ਅੱਜ ਇੱਥੇ ਸਾਡੇ
ਮਸਲੇ ਹੱਲ ਨਹੀਂ ਨਾ ਹੁੰਦੇ। ਜਿਹੜਾ ਇਕੱਠ ਅੱਜ ਮੋਦੀ ਦੇ ਖਿਲਾਫ ਸੜਕਾਂ ਤੇ ਬੈਠਾ ਉਹ ਕੱਲ ਨੂੰ ਇੱਥੇ ਪਹੁੰਚ ਜਾਊਗਾ। ਇੱਥੋਂ ਦੀਆਂ ਸੜਕਾਂ ਜਾਮ ਹੋਣਗੀਆਂ ਯੂਨੀਵਰਸਿਟੀ ਦੀਆਂ। ਇਸ ਕਰਕੇ ਸਾਨੂੰ ਪਤਾ ਵੀ ਸਾਡੀ ਯੂਨੀਵਰਸਿਟੀ, ਸਾਡੀ ਵਿਰਾਸਤ ਸਾਡੇ ਤੋਂ ਇੰਨੇ ਸੌਖੇ ਤਰੀਕੇ ਨਾਲ ਖੋਹਣ ਨਹੀਂ ਦਿੱਤੀ ਜਾਵੇਗੀ ਤੇ ਅਸੀਂ ਸੰਘਰਸ਼ ਲੜਾਂਗੇ, ਤਿੱਖੇ ਲੜਾਂਗੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਹੁੰਦੀਆਂ ਨਹੀਂ ਕੋਸ਼ਿਸ਼ਾਂ। ਇਸ ਨੂੰ ਸਾਡਾ ਅਮਨ, ਤੁਸੀਂ ਪੂਰੀ ਗੱਲਬਾਤ ਸੁਣੀ ਹੈ ਕਿ ਜਿਸ ਤਰੀਕੇ ਨਾਲ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ, ਉਸ ਨੂੰ ਲੈ ਕੇ ਹੁਣ ਪ੍ਰੋਟੈਸਟ ਜਾਰੀ ਨੇ ਕਿ ਕਬਜ਼ਾ ਕਿਉਂ ਕਰਨਾ ਚਾਹੁੰਦੀ, ਕਿਉਂਕਿ ਪੰਜਾਬ ਦੀ ਭਾਸ਼ਾ ਕਹਿ ਲਈਏ, ਪੰਜਾਬ ਦਾ ਕਲਚਰ ਕਹਿ ਲਈਏ, ਪੰਜਾਬ ਦੀ ਮਾਂ ਬੋਲੀਆਂ ਸਾਰੀਆਂ ਯੂਨੀਵਰਸਿਟੀ ਵਿੱਚ ਹੁੰਦਾ। ਸਮੇਂ-ਸਮੇਂ ਤੇ ਜਾ ਕੇ ਇੱਥੇ ਪ੍ਰੋਟੈਸਟ ਵੀ ਹੁੰਦੇ ਨੇ, ਸਮੇਂ-ਸਮੇਂ ਤੇ ਜਾ ਕੇ ਫੰਕਸ਼ਨ ਵੀ ਹੁੰਦੇ ਨੇ, ਪ੍ਰੋਗਰਾਮ ਵੀ ਚੱਲਦੇ ਨੇ, ਪੰਜਾਬੀ ਭਾਸ਼ਾ ਦੇ ਵੀ ਚੱਲਦੇ ਨੇ। ਇਹ ਚੀਜ਼ ਖਤਮ ਹੋ ਜਾਏਗੀ ਜੇ ਕੇਂਦਰ ਸਰਕਾਰ ਅੰਡਰ ਚਲੀ ਜਾਏਗੀ। RSS ਜੋ ਉਸ ਦੇ ਨਾਲ ਹੈਗੀ ਹੈ, ਸ਼ਾਇਦ ਫਿਰ ਤੁਹਾਨੂੰ ਇੱਥੇ ਨਿੱਕਰਾਂ ਨੇ ਦਿਖਣਗੇ, ਖਾਕੀ ਨਿੱਕਰਾਂ ਵਾਲੇ ਦਿਖਾਈ ਦੇਣਗੇ। ਫਿਰ ਕੋਈ ਵੀ ਪੰਜਾਬ ਦਾ ਕਲਚਰ ਜਾਂ ਪੰਜਾਬ ਦੀ ਭਾਸ਼ਾ ਇੱਥੇ ਨਹੀਂ ਬੋਲੀ ਜਾਏਗੀ ਜੇ ਇਹ ਸੈਂਟਰ ਦੇ ਅੰਡਰ ਯੂਨੀਵਰਸਿਟੀ ਚਲੀ ਜਾਏਗੀ। ਪਰ ਹੁਣ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਇਹ ਪ੍ਰੋਟੈਸਟ ਕਰਨਗੇ ਲਗਾਤਾਰ ਤੇ ਲਗਾਤਾਰ ਹੀ ਇਸ ਚੀਜ਼ ਉੱਪਰ ਕਾਇਮ ਰਹਿਣਗੇ ਕਿ ਯੂਨੀਵਰਸਿਟੀ ਸੈਂਟਰ ਕੋਲ ਨਾ ਜਾਵੇ। Are you looking for professional basement development, legal suites and home renovation? So we have best effective plans for you and we develop your basement at best prices. For more information, please contact True Value Home Services Limited at 780-263-0085.